जी आया नूं प्यारे विद्यार्थियों 11th क्लास दी इंग्लिश दी बुक अ पैनोरमा ऑफ लाइफ उसदा सेक्शन ए लेसन नंबर 1 जेंडर बायस। जेंडर का मतलब होंदा लिंग जिसदा स्त्रीलिंग पुल्लिंग ते बायस का मतलब होंदा झुका या पक्षपात अर्थात लिंग आधारित पक्षपात। इस लेसन के क्वेश्चन आंसर सैक्शन ए अर्थात शॉर्ट आंसर टाइप क्वेश्चन इस वीडियो करन जा रहे हैं। सो प्यारे विद्यार्थियों वीडियो ਨੂੰ बड़े ध्यान ਦੇ ਨਾਲ ਸੁਣੋ ਤੇ ਆਨਸਰਸ ਨੂੰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਤੇ ਮਗਰੋਂ ਦੀ ਸਾਰੇ ਆਨਸਰਸ ਨੂੰ ਯਾਦ ਕਰਕੇ ਬਿਨਾਂ ਦੇਖੇ ਆਪ ਲਿਖਣ ਦਾ ਅਭਿਆਸ ਜ਼ਰੂਰ ਕਰੋ। ਸੋ ਸ਼ੁਰੂ ਕਰੀਏ। ਨੇ ਆਨਸਰ ਦੀ ਫੋਲੋਇੰਗ ਕੁਐਸਚਨਸ ਇਨ 10 to 15 words each ਅਰਥਾਤ ਸ਼ਾਰਟ ਆਨਸਰ ਟਾਈਪ ਕੁਐਸਚਨਸ ਹੈਗੇ ਨੇ। Question number 1, what course was the author pursuing at the Indian Institute of Science Bangalore? IIS ਇਹਨੂੰ ਸ਼ਾਰਟ ਫਾਰਮ ਚ ਕਹਿੰਦੇ ਆ ਇੰਡੀਅਨ ਇੰਸਟੀਚਿਊਟ ਆਫ ਸਾਇੰਸ, ਬੜਾ ਮਸ਼ਹੂਰ ਕਾਲਜ ਹੈ ਬੱਚਿਓ ਬੈਂਗਲੌਰ ਦੇ ਵਿੱਚ। ਤੇ ਕਹਿੰਦੇ ਜਿਹੜਾ ਲਿਖਾਰੀ ਹੈ ਜੋ ਲਿਖਾਰੀ ਹੈ ਆਥਰ ਰਾਈਟਰ ਹੈਗੀ ਹੈ ਸੁਧਾ ਮੂਰਤੀ ਉਹ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੈਂਗਲੌਰ ਵਿਖੇ ਕਿਹੜਾ ਕੋਰਸ ਪਰਸਿਊ ਕਰਦੀ ਪਈ ਸੀ। So the author was pursuing an MTech. MTech मतलब है Masters of Technology in Computer Science. Computer Science ਦੇ ਵਿੱਚ ਮਾਸਟਰਸ ਕਰਦੀ ਪਈ ਸੀ at the Indian Institute of Science Bangalore. So simple. Question number 2. Where did the author want to complete a doctorate in computer science? अर्थात जो author है वो कंप्यूटर साइंस ਦੇ ਵਿੱਚ ਜਿਹੜੀ ਡਾਕਟੋਰੇਟ ਹੈ ਉਹ ਕਿੱਥੇ ਮੁਕੰਮਲ ਕਰਨਾ ਚਾਹੁੰਦੀ ਸੀ। ਤੇ ਉਹ ਕੁਝ ਲਿਖਿਆ ਕਿ ਉਹ ਅਬਰੋਡ ਜਾਣਾ ਚਾਹੁੰਦੀ ਸੀਗੀ। ਦੇਸ਼ ਦਾ ਨਾਮ ਨਹੀਂ ਦੱਸਿਆ, ਫਰਾਂਸ, ਜਰਮਨੀ, ਕੈਨੇਡਾ ਜਾਂ ਅਮਰੀਕਾ ਨਹੀਂ ਲਿਖਿਆ, ਅਬਰੋਡ ਲਿਖਿਆ। ਅਬਰੋਡ ਦਾ ਮਤਲਬ ਵਿਦੇਸ਼, ਠੀਕ ਹੈ। ਸੋ ਇੱਕ ਲਾਈਨ ਦਾ ਸਵਾਲ ਜਵਾਬ ਹੈ ਦੀ ਆਥਰ ਵਾਂਟਿਡ, ਕਿਉਂਕਿ ਡਿਡ ਹੈਗਾ ਸੋ ਵਾਂਟ ਦਾ ਬਣ ਜਾਏਗਾ ਵਾਂਟਿਡ। ਦੀ ਆਥਰ ਵਾਂਟਿਡ ਟੂ ਕੰਪਲੀਟ ਹਰ ਡਾਕਟੋਰੇਟ ਇਨ ਕੰਪਿਊਟਰ ਸਾਇੰਸ ਅਬਰੋਡ, ਠੀਕ ਹੈ। ਅੱਗੇ ਚਲੀਏ। ਕੁਐਸਚਨ ਨੰਬਰ 3, ਵਿਚ ਐਡਵਰਟੀਜ਼ਮੈਂਟ ਡਿਡ ਦੀ ਆਥਰ ਸੀ ਔਨ ਦੀ ਨੋਟਿਸ ਬੋਰਡ? ਐਡਵਰਟੀਜ਼ਮੈਂਟ ਹੁੰਦਾ ਮਸ਼ਹੂਰੀ ਇਸ਼ਤਿਹਾਰ ਤੇ ਨੋਟਿਸ ਬੋਰਡ ਜਿਹੜਾ ਹੁੰਦਾ ਵੀ ਜਿਹੜਾ ਸਕੂਲਾਂ ਕਾਲਜਾਂ ਵਿੱਚ ਨੋਟਿਸ ਬੋਰਡ ਲੱਗਾ ਜੇ ਤੇ ਕੋਈ ਨਾ ਕੋਈ ਨੋਟਿਸ ਲਾਏ ਜਾਂਦੇ ਨੇ। ਅਰਥਾਤ ਆਥਰ ਨੇ ਨੋਟਿਸ ਬੋਰਡ ਦੇ ਉੱਤੇ ਲਿਖਾਰੀ ਨੇ ਇਸ ਕਹਾਣੀ ਦੇ ਲਿਖਾਰੀ ਨੇ ਨੋਟਿਸ ਬੋਰਡ ਦੇ ਉੱਤੇ ਕਿਹੜੀ ਐਡਵਰਟੀਜ਼ਮੈਂਟ ਦੇਖੀ। ਸੋ ਜਵਾਬ ਹੈ ਔਨ ਦੀ ਨੋਟਿਸ ਬੋਰਡ ਦੀ ਆਥਰ ਸੌ ਐਨ ਐਡਵਰਟੀਜ਼ਮੈਂਟ ਬਾਈ ਦੀ ਫੇਮਸ ਆਟੋਮੋਬਾਈਲ ਕੰਪਨੀ ਟੈਲਕੋ। ਟੈਲਕੋ ਇੱਕ ਜਿਹੜੀ ਮਸ਼ਹੂਰ ਵਾਹਨ ਬਣਾਉਣ ਵਾਲੀ ਕੰਪਨੀ ਹੈ ਉਹਦੇ ਦੁਆਰਾ ਐਡਵਰਟੀਜ਼ਮੈਂਟ ਦੇਖੀ। ਰਿਕੁਆਇਰਿੰਗ ਮੰਗ ਕਰਦੇ ਹੋਏ ਐਡਵਰਟੀਜ਼ਮੈਂਟ ਵਿੱਚ ਮੰਗ ਕਾਹਦੀ ਕੀਤੀ ਸੀ? ਯੰਗ ਜਵਾਨ, ਬ੍ਰਿਲੀਅੰਟ ਬਣੇ ਰੋਸ਼ਨ ਦਿਮਾਗ, ਡਿਲੀਜੈਂਟ ਬਣੇ ਮਿਹਨਤੀ ਅਤੇ ਇਮਾਨਦਾਰ, ਐਂਡ ਐਕੈਡਮਿਕਲੀ ਬ੍ਰਾਈਟ ਇੰਜੀਨੀਅਰਸ। ਐਕੈਡਮਿਕਲੀ ਜਿਨ੍ਹਾਂ ਦੇ ਪੜ੍ਹਾਈ ਦੇ ਵਿੱਚ ਬਹੁਤ ਵਧੀਆ ਨੰਬਰ ਆਏ ਹੋਣ, ਜੋ ਐਕੈਡਮਿਕਲੀ ਹੁੰਦਾ ਵੀ ਜੋ ਮਤਲਬ ਕਿ ਇਹ ਪੜ੍ਹਾਈ ਲਿਖਾਈ ਵਿੱਚ ਬੜੇ ਮਾਹਰ ਹੋਣ, ਵਧੀਆ ਹੋਣ, ਪੜ੍ਹਾਈ ਲਿਖਾਈ ਵਿੱਚ ਮੋਹਰੇ ਹੋਣ। ਬ੍ਰਾਈਟ ਇੰਜੀਨੀਅਰਸ ਦੀ ਉਹਨਾਂ ਨੇ ਮੰਗ ਕੀਤੀ ਸੀ। ਇਹ ਜਿਹੜੀ ਸੀ ਐਡਵਰਟੀਜ਼ਮੈਂਟ ਨੋਟਿਸ ਬੋਰਡ ਤੇ ਉਹਨੇ ਆਥਰ ਨੇ ਦੇਖੀ। ਸੋ ਕਹਿੰਦੇ ਵਟ ਵਾਜ਼ ਇਟ ਇਨ ਦੀ ਐਡਵਰਟੀਜ਼ਮੈਂਟ, ਅਰਥਾਤ ਉਹ ਐਡਵਰਟੀਜ਼ਮੈਂਟ ਵਿੱਚ ਇਸ਼ਤਿਹਾਰ ਵਿੱਚ ਕੀ ਸੀ ਦੈਟ ਮੇਡ ਦੀ ਆਥਰ ਵੈਰੀ ਅਪਸੈਟ, ਜਿਸ ਗੱਲ ਨੇ ਆਥਰ ਨੂੰ ਲਿਖਾਰੀ ਨੂੰ ਬੜਾ ਮਤਲਬ ਕਿ ਅਪਸੈਟ ਕੀਤਾ, ਪਰੇਸ਼ਾਨ ਕੀਤਾ, ਗੁੱਸਾ ਦਵਾਇਆ ਜਾਂ ਮਤਲਬ ਕਿ ਉਹਨੂੰ ਮਤਲਬ ਕਿ ਬੁਰਾ ਲੱਗਾ। ਫਿਰ ਲਿਖਣਾ ਦੀ ਲਾਈਨ, ਉਹ ਲਾਈਨ, ਉਹ ਪੰਕਤੀ ਕਿਹੜੀ ਸੀ? ਲੇਡੀ ਕੈਂਡੀਡੇਟਸ ਨੀਡ ਨੋਟ ਅਪਲਾਈ। ਅਰਥਾਤ ਜਿਹੜੀਆਂ ਕੁੜੀਆਂ ਕੈਂਡੀਡੇਟਸ ਨੇ ਉਹਨਾਂ ਨੂੰ ਅਪਲਾਈ ਕਰਨ ਦੀ ਲੋੜ ਨਹੀਂ। ਅਰਥਾਤ ਇਹ ਜਿਹੜਾ ਉੱਪਰ ਇਸ਼ਤਿਹਾਰ ਸੀਗਾ ਕਿ ਸਾਨੂੰ ਜਵਾਨ, ਰੋਸ਼ਨ ਦਿਮਾਗ, ਇਮਾਨਦਾਰ ਤੇ ਅਕੈਡਮਿਕਲੀ ਬ੍ਰਾਈਟ ਇੰਜੀਨੀਅਰ ਚਾਹੀਦੇ ਨੇ। ਮੇਰੇ ਥੱਲੇ ਲਿਖਿਆ ਸੀਗਾ ਵੀ ਲੇਡੀ ਕੈਂਡੀਡੇਟਸ ਨੀਡ ਨੋਟ ਅਪਲਾਈ। ਅਰਥਾਤ ਜਿਹੜੀਆਂ ਕੁੜੀਆਂ ਇੰਜੀਨੀਅਰਿੰਗ ਕਰਦੀਆਂ ਪਈਆਂ, ਇੰਜੀਨੀਅਰ ਕੈਂਡੀਡੇਟ ਹੈਗੀਆਂ ਨੇ ਕੁੜੀਆਂ, ਉਹਨਾਂ ਨੂੰ ਅਪਲਾਈ ਕਰਨ ਦੀ ਲੋੜ ਨਹੀਂ। ਅਰਥਾਤ ਉਹਨਾਂ ਵਾਸਤੇ ਇਹ ਨੌਕਰੀ ਨਹੀਂ ਹੈਗੀ। ਕਹਿੰਦੇ ਦੀ ਲਾਈਨ, ਇਹ ਲਾਈਨ ਜਿਹੜੀ ਸੀਗੀ ਐਟ ਦੀ ਬਾਟਮ ਆਫ ਦੀ ਐਡਵਰਟੀਜ਼ਮੈਂਟ, ਅਰਥਾਤ ਇਸ਼ਤਿਹਾਰ ਦੇ ਤਲੇ ਤੇ ਲਿਖੀ ਹੋਈ ਮੇਡ ਦੀ ਆਥਰ ਵੈਰੀ ਅਪਸੈਟ। ਇਸ ਗੱਲ ਨੇ, ਇਸ ਪੰਕਤੀ ਨੇ ਲਿਖਾਰੀ ਨੂੰ ਬੜਾ ਗੁੱਸਾ ਦਵਾਇਆ, ਬੜਾ ਪਰੇਸ਼ਾਨ ਕੀਤਾ। ਕੁਐਸਚਨ ਨੰਬਰ 5, why did she write a postcard to Telco? she मैंने ऑथर जो लिखारन है इस लेख की कहानी ਦੀ। ਕਹਿੰਦੇ ਸੁਧਾ ਮੂਰਤੀ ਨੇ ਟੈਲਕੋ ਨੂੰ ਪੋਸਟ ਕਾਰਡ ਕਿਉਂ ਲਿਖਿਆ। ਸੋ ਜਵਾਬ ਹੈ ਟੈਲਕੋ ਹੈਡ ਐਡਵਰਟਾਈਜ਼ ਫॉर ਐਕਸਕਲੂਸਿਵਲੀ। ਐਕਸਕਲੂਸਿਵਲੀ ਮੈਨਾਂ ਦਾ ਬੱਚੋ ਸਿਰਫ ਉਹਨਾਂ ਲਈ, ਓਨਲੀ
solely purely male engineer candidates। अर्थात ਟੈਲਕੋ ਨੇ ਸਿਰਫ ਤੇ ਸਿਰਫ ਮੁੰਡੇ ਇੰਜੀਨੀਅਰ ਕੈਂਡੀਡੇਟਾਂ ਲਈ ਇਸ਼ਤਿਹਾਰ ਪਾਇਆ ਸੀ ਵੀ ਸਿਰਫ ਮੁੰਡੇ ਹੀ ਅਪਲਾਈ ਕਰਨ, ਕੁੜੀਆਂ ਅਪਲਾਈ ਨਹੀਂ ਕਰਨਗੀਆਂ। So Telco had advertised for exclusively male engineer candidates। She wrote a postcard to Telco। ਉਹਨੇ ਫਿਰ ਟੈਲਕੋ ਨੂੰ, ਕੰਪਨੀ ਜਿਹੜੀ ਸੀ ਫੇਮਸ ਆਟੋਮੋਬਾਈਲ ਕੰਪਨੀ ਟਾਟਾ ਵਾਲਿਆਂ ਦੀ, ਉਹਨੂੰ ਚਿੱਠੀ ਪਾਈ, ਪੋਸਟਕਾਰਡ ਪਾਇਆ, ਐਕਸਪ੍ਰੈਸਿੰਗ ਜ਼ਾਹਰ ਕਰਦੇ ਹੋਏ ਹਰ ਡਿਸਪਲੇਜਰ, ਨਾ ਖੁਸ਼ੀ, ਐਟ ਦੀ ਡਿਸਕ੍ਰਿਮੀਨੇਸ਼ਨ। ਡਿਸਕ੍ਰਿਮੀਨੇਸ਼ਨ ਹੁੰਦਾ ਵਿਤਕਰਾ ਅਗੇਂਸਟ ਵੂਮੈਨ, ਅਰਥਾਤ ਔਰਤਾਂ ਦੇ ਪ੍ਰਤੀ ਇਹ ਵਿਤਕਰਾ ਕਿ ਲੇਡੀ ਕੈਂਡੀਡੇਟਸ ਨੀਡ ਨਾਟ ਅਪਲਾਈ, ਇਹ ਜੋ ਵਿਤਕਰਾ ਸੀ ਉਹਦੇ ਪ੍ਰਤੀ ਆਪਣਾ ਜਿਹੜੀ ਨਾ ਖੁਸ਼ੀ ਸੀ, ਆਪਣੀ ਨਾਰਾਜ਼ਗੀ ਜਿਹੜੀ ਸੀ, ਡਿਸਪਲੇਜਰ, ਨਾਰਾਜ਼ਗੀ ਨੂੰ ਜ਼ਾਹਰ ਕਰਦੇ ਹੋਏ ਉਹਨੇ ਟੈਲਕੋ ਨੂੰ ਚਿੱਠੀ ਲਿਖੀ। ਦੇਖੋ ਬੱਚੋ, ਉਹ ਕੁੜੀ ਹੁੰਦੇ ਹੋਏ ਉਸ ਜ਼ਮਾਨੇ ਵਿੱਚ 70s ਦੇ ਵਿੱਚ, 70ਵਿਆਂ ਦੇ ਦਹਾਕੇ ਵਿੱਚ ਉਹ ਕੁੜੀ ਨੇ ਕਿੰਨਾ ਦਲੇਰਾਨਾ, ਕਿੰਨੀ ਹਿੰਮਤ ਕੀਤੀ ਕਿ ਟੈਲਕੋ ਨੂੰ ਚਿੱਠੀ ਲਿਖਦੀ ਪਈ ਹੈ ਕਿ ਤੁਹਾਡਾ ਜਿਹੜਾ ਜਿਹੜਾ ਐਡਵਰਟੀਜ਼ਮੈਂਟ ਹੈ, ਇਹ ਜਿਹੜੀ ਨੀਤੀ ਹੈ, ਇਹ ਵਿਤਕਰਾਪੂਰਨ ਹੈਗੀ ਹੈ ਅਤੇ ਮੈਂ ਇਹ ਤੋਂ ਨਾਰਾਜ਼ ਹੈਗੀ ਹਾਂ, ਅਤੇ ਮੈਂ ਹਿੰਮਤ ਦੀ ਦਾਤ ਦੇਣੀ ਚਾਹੀਦੀ ਹੈ ਸੁਧਾ ਮੂਰਤੀ ਨੂੰ, ਹੈ ਨਾ। ਸੋ ਸਾਡੇ ਲਈ ਇਹ ਬੱਚਿਓ ਇੱਦਾਂ ਦੀ ਕਹਾਣੀਆਂ, ਇੱਦਾਂ ਦੇ ਲੈਸਨ ਬੜੇ ਪ੍ਰੇਰਨਾ ਸਰੋਤ ਹੁੰਦੇ ਨੇ ਅਤੇ ਸਾਨੂੰ ਵੀ ਹੌਸਲਾ ਬਖਸ਼ਦੇ ਨੇ ਕਿ ਜ਼ਿੰਦਗੀ ਵਿੱਚ ਸਾਨੂੰ ਕਦੀ ਵੀ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ, ਅਤੇ ਜਿੱਥੇ ਕਿਤੇ ਬੇਇਨਸਾਫੀ ਹੁੰਦੀ ਹੋਵੇ ਉਹਦੇ ਖਿਲਾਫ ਸਾਨੂੰ ਆਵਾਜ਼ ਜ਼ਰੂਰ ਚੁੱਕਣੀ ਚਾਹੀਦੀ ਹੈ। ਸੋ ਕਹਿੰਦੇ ਕੁਐਸਚਨ ਨੰਬਰ 6, what telegram did the author receive from Telco। ਅਰਥਾਤ ਟੈਲੀਗ੍ਰਾਮ ਨੇ ਤਾਰ, ਅੱਜ ਤੇ ਬੱਚੇ ਤਾਰ ਨਹੀਂ ਆਉਂਦੀ, ਅੱਜ ਕੱਲ੍ਹ ਤੇ ਤੁਹਾਨੂੰ WhatsApp, SMS, ਈਮੇਲ ਆ ਜਾਂਦੀ ਫਟ। ਉਸ ਜ਼ਮਾਨੇ ਵਿੱਚ ਬੱਚੇ ਸਾਨੂੰ ਤਾਰਾਂ ਭੇਜੀਆਂ ਜਾਂਦੀਆਂ ਸੀ। ਜਦੋਂ ਮੈਂ ਮਰਚੈਂਟ ਨੇਵੀ ਦੇ ਪੇਪਰ ਦਿੱਤੇ ਅਤੇ ਮੈਨੂੰ ਇੰਟਰਵਿਊ ਦੀ ਜਿਹੜੀ ਕਾਲ ਆਈ ਸੀ ਉਹ ਵੀ ਤਾਰ ਰਾਹੀਂ ਆਈ ਸੀ, ਅਤੇ ਜਦੋਂ ਮੇਰਾ ਇੰਟਰਵਿਊ ਵੀ ਕਲੀਅਰ ਹੋ ਗਿਆ, ਫਿਰ ਉਹਨਾਂ ਨੇ ਕਿਹਾ ਹੁਣ ਤੁਸੀਂ ਬੰਬੇ ਆਓ ਮੈਡੀਕਲ ਵਾਸਤੇ, ਉਦੋਂ ਵੀ ਮੈਨੂੰ ਉਹਨਾਂ ਨੇ ਜਾਣਕਾਰੀ ਤਾਰ ਰਾਹੀਂ ਹੀ ਦਿੱਤੀ ਸੀ। ਸੋ ਪਲੀਜ਼ ਕਮ ਟੂ ਬੰਬੇ ਫॉर ਮੈਡੀਕਲ, ਬਸ ਇੱਦਾਂ ਇੰਨਾ ਕੁ ਛੋਟਾ ਜਿਹਾ ਲਿਖਿਆ ਹੁੰਦਾ ਸੀਗਾ, ਠੀਕ ਹੈ, ਕਿਉਂਕਿ ਉਦੋਂ ਇੱਕ ਇੱਕ ਅੱਖਰ ਦੇ ਪੈਸੇ ਲੱਗਦੇ ਸੀਗੇ। ਸੋ ਤਾਰ ਲਿਖਣ ਦੀ ਵੀ ਉਦੋਂ ਇੱਕ ਕਿਸਮ ਦੀ ਸਾਨੂੰ ਗੱਲਾਂ ਸਿਖਾਈਆਂ ਜਾਂਦੀ ਵੀ ਤਾਰ ਕਿਵੇਂ ਲਿਖੀ ਜਾਂਦੀ ਹੈ, ਠੀਕ ਹੈ, ਫਿਰ ਘੱਟ ਤੋਂ ਘੱਟ ਸ਼ਬਦਾਂ ਦੇ ਵਿੱਚ ਮੁਕੰਮਲ ਗੱਲ ਕਿਵੇਂ ਕਹਿਣੀ ਹੈ। ਸੋ what telegram did the author receive from Telco। ਅਰਥਾਤ ਟੈਲਕੋ ਤੋਂ ਆਥਰ ਨੂੰ ਕਿਹੜੀ ਤਾਰ ਪ੍ਰਾਪਤ ਹੋਈ। ਸੋ ਜਵਾਬ ਹੈ ਦੀ author received a telegram from Telco asking her to appear for an interview at Telco's Pune office at the company's expense। expense ਹੁੰਦਾ ਖਰਚਾ, at the company's expense, ਕੰਪਨੀ ਦੇ ਖਰਚੇ ਤੇ, ਅਰਥਾਤ ਕੰਪਨੀ ਨੇ ਕਿਹਾ ਵੀ ਤੁਹਾਡਾ ਆਉਣ ਜਾਣ ਦਾ ਖਰਚਾ ਤੇ ਉੱਥੇ ਰਹਿਣ ਦਾ, ਇੰਟਰਵਿਊ ਦੇ ਦੌਰਾਨ ਰਹਿਣ ਦਾ ਖਰਚਾ ਕੰਪਨੀ ਦੇਗੀ। ਸੋ ਆਥਰ ਨੂੰ ਟੈਲਕੋ ਤੋਂ ਜੋ ਤਾਰ ਪ੍ਰਾਪਤ ਹੋਈ ਉਹਦੇ ਵਿੱਚ ਇਹ ਕਿਹਾ ਗਿਆ, ਆਸਕਿੰਗ ਹਰ ਟੂ ਅਪੀਅਰ ਫॉर ਐਨ ਇੰਟਰਵਿਊ ਐਟ ਟੈਲਕੋਜ਼ ਪੁਣੇ ਆਫਿਸ, ਕਿ ਉਹ ਟੈਲਕੋ ਦੇ ਪੂਨੇ ਵਾਲੇ ਆਫਿਸ ਵਿੱਚ ਆ ਕੇ ਇੰਟਰਵਿਊ ਲਈ ਅੱਗੇ ਆਵੇ, ਇੰਟਰਵਿਊ ਦੇਣ ਆਵੇ, ਤੇ ਐਟ ਦੀ ਕੰਪਨੀਜ਼ ਐਕਸਪੈਂਸ, ਕੰਪਨੀ ਦੇ ਖਰਚੇ ਤੇ, ਠੀਕ ਹੈ। ਅੱਗੇ ਚਲੀਏ ਕੁਐਸਚਨ ਨੰਬਰ 7, ਵਾਈ ਡਿਡ ਦੀ ਆਥਰ ਦੇ ਹੋਸਟਲ ਮੇਟਸ, ਕਿਉਂਕਿ ਉਹਦੇ ਕਾਲਜ ਵਿੱਚ ਸੀ, ਉਹ ਹੋਸਟਲ 'ਚ ਰਹਿ ਰਹੀ ਸੀਗੀ। ਹੋਸਟਲ ਮੇਟ ਮਤਲਬ ਕਿ ਉਹਦੇ ਜਿਹੜੀਆਂ ਨਾਲ ਹੋਰ ਸਹੇਲੀਆਂ ਸੀ, ਹੋਰ ਸਾਥੀ ਸੀ ਜਿਹੜੇ ਹੋਸਟਲ 'ਚ ਉਹਦੇ ਨਾਲ ਠਹਿਰੇ ਹੋਏ ਸੀਗੇ। ਵਾਈ ਡਿਡ ਦੀ ਆਥਰਸ ਹੋਸਟਲ ਮੇਟਸ ਵਾਂਟ ਹਰ ਟੂ ਗੋ ਟੂ ਪੂਨੇ ਫॉर ਦੀ ਇੰਟਰਵਿਊ। ਉਹਨਾਂ ਦੇ ਚਿੱਠੀ ਲਿਖੀ ਸੀ ਵੈਸੇ, ਕਹਿੰਦੀ ਮੈਂ ਜੋਬ ਵਿੱਚ ਜ਼ਿਆਦਾ ਇੰਟਰਸਟਿਡ ਤੇ ਸੀਗੀ ਨਹੀਂ, ਮੈਂ ਤਾਂ ਅਬਰੋਡ ਜਾ ਕੇ ਡਾਕਟਰੇਟ ਕਰਨਾ ਚਾਹੁੰਦੀ ਸੀਗੀ, ਠੀਕ ਹੈ। ਪਰ ਜਿਹੜੇ ਉਹ ਚਿੱਠੀ ਤਾਰ ਆ ਗਈ ਵੀ ਤੁਸੀਂ ਪੂਨੇ ਆਫਿਸ ਆਓ ਤੇ ਕੰਪਨੀ ਖਰਚਾ ਦੇਗੀ, ਤੇ ਕਹਿੰਦੇ ਉਹਦੀ ਜਿਹੜੀਆਂ ਉਹਨੇ ਗੱਲ ਜਿਹੜੇ ਜ਼ਾਹਰ ਹੋ ਗਈ ਉਹਦੀ ਸਾਥੀਆਂ ਨੂੰ, ਉਹਦੇ ਜਿਹੜੇ ਹੋਸਟਲ ਦੇ ਮੇਟ ਸੀਗੇ, ਹੋਰ ਸਹੇਲੀਆਂ ਸੀਗੀਆਂ, ਉਹ ਕਿਉਂ ਚਾਹੁੰਦੇ ਸੀ ਕਿ ਉਹ ਪੂਨੇ ਜਾਏ ਇੰਟਰਵਿਊ ਵਾਸਤੇ, ਕਿਉਂਕਿ ਉਹ ਪਹਿਲੇ ਇੰਨੀ ਉਹਨੂੰ ਤੰਗ ਨਹੀਂ ਸੀਗੀ ਜਾਣਦੀ। ਫਿਰ ਕਹਿੰਦੇ ਜਵਾਬ ਹੈ ਦੀ ਆਥਰਸ ਹੋਸਟਲ ਮੇਟਸ ਵਾਂਟਿਡ ਹਰ ਟੂ ਗੋ ਟੂ ਪੂਨੇ, ਇਹ ਕੋਈ ਡਿਡ ਹੈਗਾ ਨਾ, ਸੋ ਵਾਂਟ ਦਾ ਬਣ ਜਾਏਗਾ ਵਾਂਟਿਡ। ਆਥਰ ਦੇ ਜਿਹੜੇ ਹੋਸਟਲ ਮੇਟ ਸੀਗੇ ਉਹ ਚਾਹੁੰਦੇ ਸੀ ਉਹ ਪੂਨੇ ਜਾਵੇ ਫॉर ਦੀ ਇੰਟਰਵਿਊ ਵਾਸਤੇ, ਐਜ਼ ਹਰ ਟ੍ਰਿਪ ਵੁੱਡ ਬੀ ਐਟ ਦੀ ਕੰਪਨੀਜ਼ ਕਾਸਟ, ਕਿਉਂਕਿ ਉਹਦਾ ਜਿਹੜਾ ਸਫ਼ਰ ਹੋਏਗਾ ਉਹਦਾ ਸਾਰਾ ਖਰਚਾ ਕੰਪਨੀ ਦੇਗੀ ਤੇ ਉਹਨੂੰ ਫ੍ਰੀ ਜਾਣਾ ਪਏਗਾ, ਉਹਨੂੰ ਕੋਈ ਖਰਚਾ ਨਹੀਂ ਕਰਨਾ ਪਏਗਾ। ਐਂਡ ਸ਼ੀ ਕੁਡ ਬਾਏ ਦੈਮ ਫੇਮਸ ਪੂਨੇ ਸਾਰੀਜ਼ ਫॉर ਚੀਪ, ਤੇ ਹਰ ਕਿਸੇ ਨੂੰ ਆਪਣਾ ਸਵਾਰਥ ਹੁੰਦਾ। ਸੋ ਉਹਦੇ ਜਿਹੜੇ ਹੋਸਟਲ ਦੇ ਮੇਟ ਸੀਗੇ ਉਹਨਾਂ ਨੇ ਕਿਹਾ ਤੂੰ ਜਾ, ਤੇਰਾ ਆਉਣ ਜਾਣ ਦਾ ਕਿਰਾਇਆ, ਰਹਿਣ ਦਾ ਕਿਰਾਇਆ ਕੰਪਨੀ ਦੇਗੀ, ਤੇ ਤੂੰ ਸਾਡੇ ਵਾਸਤੇ ਪੂਨੇ ਵਿੱਚ ਸਾੜੀਆਂ ਜਿਹੜੀਆਂ ਨੇ, ਕਿਉਂਕਿ ਸਾਊਥ ਇੰਡੀਆ ਵਿੱਚ ਕੁੜੀਆਂ ਅੱਜ ਕੱਲ੍ਹ ਤੇ ਸੂਟ ਪਾਉਣ ਲੱਗ ਗਈਆਂ, ਉਸ ਜ਼ਮਾਨੇ ਜ਼ਿਆਦਾਤਰ ਕੁੜੀਆਂ ਸਾੜੀਆਂ ਪਾਉਂਦੀਆਂ ਸੀਗੀਆਂ, ਸਟੂਡੈਂਟ ਵੀ ਸਾੜੀਆਂ ਪਾਉਂਦੇ ਹੁੰਦੇ ਸੀ ਉਸ ਜ਼ਮਾਨੇ ਵਿੱਚ। ਸੋ ਕਹਿੰਦੇ ਤੂੰ ਜਾ ਪੂਨੇ, ਕੰਪਨੀ ਦੇ ਖਰਚੇ ਤੇ ਜਾਏਗੀ ਤੇ ਸਾਡਾ ਕੰਮ ਵੀ ਹੋ ਜਾਏਗਾ, ਤੇ ਤੂੰ ਘੁੰਮ ਫਿਰਿਆ ਤੇ ਸਾਡੇ ਵਾਸਤੇ ਤੂੰ ਸਾੜੀਆਂ
ਜਿਹੜੀਆਂ ਉੱਥੇ ਸਸਤੀ ਮਿਲਦੀਆਂ ਪੂਨੇ ਦੀਆਂ ਮਸ਼ਹੂਰ ਸਾੜੀਆਂ ਸਾਡੇ ਵਾਸਤੇ ਇੱਕ ਦੋ ਦੋ ਸਾੜੀਆਂ ਲੈ ਆਈ। ਸੋ ਉਹਨਾਂ ਨੂੰ ਕਹਿੰਦੇ ਨਾ, ਉਹ ਕਹਿੰਦੇ ਹਰ ਕਿਸੇ ਨੂੰ ਆਪਣਾ ਆਪਣਾ ਹੁੰਦਾ। ਸੋ ਉਹਨੇ ਕਿਹਾ ਤੂੰ ਜਾ ਘੁੰਮ ਫਿਰਿਆ, ਕੰਪਨੀ ਦਾ ਖਰਚਾ ਹੈ, ਇੰਟਰਵਿਊ ਦਿਆ ਤੇ ਸਾਡੇ ਵਾਸਤੇ ਸਾੜੀਆਂ ਲੈ ਆਈ। ਇਸ ਕਰਕੇ ਉਹ ਹੋਸਟਲ ਦੇ ਉਹਦੇ ਸਹੇਲੀਆਂ ਚਾਹੁੰਦੀਆਂ ਸੀ ਉਹ ਇੰਟਰਵਿਊ ਲਈ ਜ਼ਰੂਰ ਜਾਵੇ। ਕੁਐਸਚਨ ਨੰਬਰ 8, ਹਾਊ ਮੈਨੀ ਪੀਪਲ ਵਰ ਦੇਅਰ ਔਨ ਦੀ ਇੰਟਰਵਿਊ ਪੈਨਲ। ਇੰਟਰਵਿਊ ਦਾ ਪੈਨਲ ਜਿਹੜਾ ਜਿਹੜੇ ਇੰਟਰਵਿਊ ਲੈਣ ਵਾਲੇ ਜਿਹੜੇ ਸੀਗੇ ਉਹਨਾਂ 'ਚ ਕਿੰਨੇ ਜਣੇ ਸੀਗੇ। ਵਟ ਡਿਡ ਦਾ ਆਥਰ ਰੀਅਲਾਈਜ਼, ਆਥਰ ਨੂੰ ਮਤਲਬ ਜੋ ਸੁਧਾ ਮੂਰਤੀ ਹੈ ਉਹਨੂੰ ਕੀ ਮਹਿਸੂਸ ਹੋਇਆ। ਸੋ ਜਵਾਬ ਹੈ ਦੇਅਰ ਵਰ 6 ਪੀਪਲ ਔਨ ਦਾ ਇੰਟਰਵਿਊ ਪੈਨਲ। ਬਸ ਇਹ ਤੇ ਬੱਚੇ ਇਹਨਾਂ ਸਵਾਲ ਪੁੱਛਿਆ ਹਾਊ ਮੈਨੀ ਪੀਪਲ ਵਰ ਦੇਅਰ, ਸੋ ਦੇਅਰ ਵਰ 6 ਪੀਪਲ ਔਨ ਦਾ ਇੰਟਰਵਿਊ ਪੈਨਲ। ਇੰਟਰਵਿਊ ਪੈਨਲ ਤੇ 6 ਜਣੇ ਸੀਗੇ। ਇਹ ਤੇ ਪਹਿਲੇ ਸਵਾਲ ਦਾ ਜਵਾਬ ਇੰਨਾ ਕੀ ਹੈ, ਹੁਣ ਗਿਣਤੀ ਪੁੱਛੀ ਹੈ ਦੱਸ ਦਿੱਤੀ ਹੈ 6 ਪੀਪਲ। ਤੇ ਆਥਰ ਨੇ ਕੀ ਰਿਅਲਾਈਜ਼ ਕੀਤਾ, ਦੀ ਆਥਰ ਰਿਅਲਾਈਜ਼ ਦੈਟ ਇਟ ਵਾਜ਼ ਅ ਸੀਰੀਅਸ ਬਿਜ਼ਨਸ। ਉਹ ਤਾਂ ਇੱਦਾਂ ਮੌਜ ਮਸਤੀ 'ਚ ਗਈ ਸੀ, ਉਹਨੂੰ ਪਤਾ ਸੀ ਮੈਨੂੰ ਨੌਕਰੀ ਤੇ ਮਿਲਣੀ ਨਹੀਂ ਹੈਗੀ ਤੇ ਉਹਨੇ ਕਿਹਾ ਇਸ ਕਰਕੇ ਉਹਨੂੰ ਡਰ ਵੀ ਨਹੀਂ ਸੀ, ਟੈਨਸ਼ਨ ਵੀ ਸੀ। ਪਰ ਜਾ ਕੇ ਇੰਟਰਵਿਊ ਤੇ ਜਿਹੜੇ ਬੈਠੀ ਤਾਂ ਉਹਨੂੰ ਲੱਗਿਆ ਵੀ ਇਹ ਤੇ ਗੰਭੀਰ ਮਸਲਾ ਹੈ, ਇਹ ਕੋਈ ਐਵੇਂ ਖੇਡ ਨਹੀਂ ਹੈਗੀ। ਮਤਲਬ ਮੇਰੇ ਦੋਸਤਾਂ ਨੇ ਕਿਹਾ ਤੂੰ ਜਾ ਕੰਪਨੀ ਦੇ ਖਰਚੇ ਤੇ ਘੁੰਮਿਆ, ਨਾਲੇ ਸਾਡੀ ਸਾੜੀਆਂ ਲੈ ਆਈ, ਤੇ ਉਹਦੇ ਇਸ ਢੰਗ ਨਾਲ ਗਈ ਸੀਗੀ। ਪਰ ਕਹਿੰਦੇ ਜਿਹਨੇ ਰਿਅਲਾਈਜ਼ ਕੀਤਾ ਇਟ ਵਾਜ਼ ਅ ਸੀਰੀਅਸ ਬਿਜ਼ਨਸ, ਦੀ ਇੰਟਰਵਿਊਅਰਸ ਆਸਕਡ ਹਰ ਟੈਕਨੀਕਲ ਕੁਐਸਚਨਸ। ਤੇ ਇੰਟਰਵਿਊ ਲੈਣ ਵਾਲਿਆਂ ਨੇ ਉਹਨੂੰ ਤਕਨੀਕੀ ਸਵਾਲ ਪੁੱਛੇ ਐਂਡ ਸ਼ੀ ਆਨਸਰਡ ਆਲ ਆਫ them, ਕਿਉਂਕਿ ਬੜੀ ਬ੍ਰਾਈਟ ਸੀਗੀ। ਸੁਧਾ ਮੂਰਤੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀਗੀ, ਐਕੈਡਮਿਕਲੀ ਬਹੁਤ ਬ੍ਰਾਈਟ ਸੀਗੀ। ਸੋ ਉਹਨੇ ਉਹ ਸਾਰੇ ਤਕਨੀਕੀ ਜਿਹੜੇ ਟੈਕਨੀਕਲ ਸਵਾਲ ਸੀ ਉਹਨਾਂ ਦੇ ਜਵਾਬ ਦੇ ਦਿੱਤੇ। ਕੁਐਸਚਨ ਨੰਬਰ 9, ਵਟ ਡਿਡ ਸੁਧਾ ਟੈਲ ਦੀ ਪੈਨਲ ਬਿਫੋਰ ਦੀ ਇੰਟਰਵਿਊ। ਮਤਲਬ ਇੰਟਰਵਿਊ ਸਟਾਰਟ ਹੋਣ ਤੋਂ ਪਹਿਲਾਂ ਸੁਧਾ ਨੇ ਪੈਨਲ ਨੂੰ ਕੀ ਕਿਹਾ। ਸੁਧਾ ਰੈਕਨਡ ਮੈਨੇ ਮਹਿਸੂਸ ਕੀਤਾ, ਉਹਨੇ ਇੱਕ ਵਿਚਾਰ ਬਣਾਇਆ that the panel was biased even before the start of the interview। ਕਿਉਂ ਇੱਦਾਂ, ਉਹ ਅਸੀਂ ਜਵਾਬ ਵਿੱਚ ਗੱਲ ਨਹੀਂ ਲਿਖੀ। ਸੁਧਾ ਕਹਿੰਦੀ ਜਿੱਦਾਂ ਹੀ ਮੈਂ ਇੰਟਰਵਿਊ ਦੇਣ ਕਮਰੇ 'ਚ ਪ੍ਰਵੇਸ਼ ਕੀਤਾ ਤੇ ਮੇਰੇ ਕੰਨੀ ਗੱਲ ਪਈ, ਇੱਕ ਬੰਦਾ ਦੂਜੇ ਨੂੰ ਕਹਿ ਰਿਹਾ ਉਹੀ ਕੁੜੀ ਹੈ ਜਿਹਨੇ ਟਾਟਾ ਨੂੰ ਚਿੱਠੀ ਲਿਖੀ ਸੀ, ਜਿਹੜਾ ਪੋਸਟ ਕਾਰਡ ਲਿਖਿਆ ਸੀ ਨਾ ਕਿ ਮੈਂ ਇਸ ਗੱਲ ਤੋਂ ਨਾ ਖੁਸ਼ ਹੈਗੀ ਹਾਂ ਵੀ ਤੁਹਾਡੀ ਕੰਪਨੀ ਔਰਤਾਂ ਦੇ ਨਾਲ ਵਿਤਕਰਾ ਕਰਦੀ ਹੈ, ਔਰਤਾਂ ਨਾਲ ਪੱਖਪਾਤ ਹੁੰਦਾ ਹੈ, ਡਿਸਕ੍ਰਿਮੀਨੇਸ਼ਨ ਹੁੰਦਾ ਹੈ, ਮੈਨੂੰ ਇਸ ਗੱਲ ਤੋਂ ਨਾਰਾਜ਼ਗੀ ਹੈ। ਸੋ ਇਹ ਗੱਲ ਬੜੀ ਵੱਡੀ ਸੀਗੀ। JRD ਟਾਟਾ ਮਾਈਵਰਡ ਕੰਪਨੀ ਦਾ ਮਾਲਕ ਨੂੰ ਚਿੱਠੀ ਲਿਖਣੀ ਛੋਟੀ ਮੋਟੀ ਗੱਲ ਤੇ ਸੀਗੀ ਨਹੀਂ। ਸੋ ਇਹ ਗੱਲ ਸਾਰੀ ਮਸ਼ਹੂਰ ਹੋ ਚੁੱਕੀ ਸੀਗੀ। ਸੋ ਇੰਟਰਵਿਊ ਲੈਣ ਵਾਲਿਆਂ ਨੂੰ ਪਤਾ ਸੀ, ਉਹਨਾਂ ਨੇ ਕਿਹਾ ਉਹ ਉਹੀ ਕੁੜੀ ਹੈ, ਸ਼ੀ ਇਜ਼ ਦ ਸੇਮ ਗਰਲ ਹੂ ਰੋਟ ਲੈਟਰ ਟੂ JRD ਟਾਟਾ। ਸੇ ਇਹ ਗੱਲ ਉਹਨੇ ਸੁਣ ਲਈ ਕਹਿੰਦੇ ਹੋਏ, ਤੇ ਉਹਨੂੰ ਲੱਗਿਆ ਯਾਰ ਇਹ ਤੇ ਪਹਿਲਾਂ ਹੀ ਇਹਨਾਂ ਦੇ ਦਿਮਾਗ 'ਚ ਮੇਰੇ ਖਿਲਾਫ ਗੱਲ ਬੈਠ ਚੁੱਕੀ ਹੈ, ਇਹਨਾਂ ਨੇ ਮੈਨੂੰ ਸਿਲੈਕਟ ਤੇ ਕਰਨਾ ਹੀ ਨਹੀਂ ਹੈਗਾ। ਸੋ ਸੁਧਾ ਰੈਕਨਡ ਮੈਨੇ ਉਹਨੇ ਵਿਚਾਰ ਬਣਾ ਲਿਆ that the panel was biased even before the start of the interview। ਕਿ ਉਹਨੂੰ ਲੱਗਿਆ ਕਿ ਇਹਦੇ ਇੰਟਰਵਿਊ ਲੈਣ ਤੋਂ ਪਹਿਲਾਂ ਹੀ ਇਹਨਾਂ ਦੇ ਮਨ ਵਿੱਚ ਮੇਰੇ ਪ੍ਰਤੀ ਪੱਖਪਾਤ ਹੈਗਾ ਤੇ ਇਹਨਾਂ ਨੇ ਮੈਨੂੰ ਚੁਣਨਾ ਨਹੀਂ ਹੈਗਾ। ਸੋ she said, ਇਸ ਕਰਕੇ ਉਹਨੇ ਕਿਹਾ rather impolitely ਦੇ ਬਦਤਮੀਜ਼ੀ ਨਾਲ, ਮਤਲਬ ਥੋੜਾ ਰੁੱਖਾ ਹੋ ਕੇ ਬੋਲੀ, ਕਿਉਂਕਿ ਉਹਦੇ ਮਨ 'ਚ ਸੀਗਾ ਵੀ ਇਹਨਾਂ ਨੇ ਮੈਨੂੰ ਸਿਲੈਕਟ ਤੇ ਕਰਨਾ ਨਹੀਂ, ਇਹ ਵਿਤਕਰਾ ਕਰਦੇ ਨੇ। ਤੇ ਉਹਨੇ ਇਹ ਸੀਗਾ ਕਿ ਮੈਂ ਇੰਟਰਵਿਊ 'ਚ ਵੀ ਮੈਨੂੰ ਇਹਨਾਂ ਨੇ ਸਿਲੈਕਟ ਤੇ ਕਰਨਾ ਨਹੀਂ, ਤੇ ਚਲੋ ਕੋਈ ਗੱਲ ਨਹੀਂ ਮੈਂ ਇੱਦਾਂ ਹੀ ਬੋਲਦੀ ਹਾਂ। ਮਤਲਬ ਕਿ ਉਹਨੇ ਸੋਚਿਆ ਕਿ ਮੈਨੂੰ ਕੋਈ ਖਤਰਾ ਨਹੀਂ ਹੈਗਾ, ਕਿ ਨੌਕਰੀ ਤਾਂ ਮਿਲਣੀ ਨਹੀਂ ਹੈਗੀ, ਇਸ ਕਰਕੇ ਇਹਨੇ ਰਾਦਰ ਇੰਪੋਲਾਈਟ। ਪਰ ਸੁਧਾ ਨੇ ਇਹ ਵੀ ਕਿਹਾ, ਉਹਨੇ ਐਡਮਿਟ ਕੀਤਾ, ਕਹਿੰਦੇ ਪਰ ਬਾਅਦ 'ਚ ਮੈਨੂੰ ਆਪਣੇ ਇਸ ਵਤੀਰੇ ਤੇ ਸ਼ਰਮ ਮਹਿਸੂਸ ਹੋਈ ਕਿ ਮੈਨੂੰ ਇੱਦਾਂ ਬਦਤਮੀਜ਼ੀ ਨਾਲ ਗੱਲ ਨਹੀਂ ਕਰਨੀ ਚਾਹੀਦੀ ਸੀ। ਕਹਿੰਦੇ ਸੋ ਸ਼ੀ ਸੈਡ ਰਾਦਰ ਇੰਪੋਲਾਈਟਲੀ ਹੁੰਦਾ ਵੀ ਥੋੜਾ ਮਤਲਬ ਕਿ ਰੁੱਖਾ ਜਿਹਾ ਹੋ ਕੇ ਬੋਲੀ that she hoped that it was only a technical interview। ਉਹਨੇ ਰੁੱਖਾ ਜਿਹਾ ਹੋ ਕੇ ਬੋਲਿਆ ਵੀ ਉਹ ਇਹ ਆਸ ਕਰਦੀ ਸੀਗੀ ਕਿ ਇਹ ਇਕੱਲਾ ਤਕਨੀਕੀ ਇੰਟਰਵਿਊ ਹੈ, ਵੀ ਤੁਸੀਂ ਤਕਨੀਕੀ ਗੱਲਾਂ ਤੇ ਧਿਆਨ ਦੇਵੋਗੇ ਕਿ ਮੈਨੂੰ ਤਕਨੀਕੀ ਗੱਲਾਂ ਦਾ ਪਤਾ ਜਾਂ ਨਹੀਂ ਪਤਾ, ਪਰ ਇਸ ਗੱਲ ਵੱਲ ਧਿਆਨ ਨਹੀਂ ਦੇਵੋਗੇ ਕਿ ਮੈਂ ਕੁੜੀ ਹਾਂ ਜਾਂ ਮੁੰਡਾ। ਮਤਲਬ ਉਹਦਾ ਇਹ ਕਹਿਣ ਦਾ ਮਤਲਬ ਸੀਗਾ ਵੀ ਮੈਂ ਆਸ ਕਰਦੀ ਹਾਂ ਕਿ ਇਹ ਇੰਟਰਵਿਊ ਤਕਨੀਕੀ ਹੈ, ਵੀ ਤੁਸੀਂ ਤਕਨੀਕੀ ਗੱਲਾਂ ਵੱਲ ਧਿਆਨ ਦਿਓਗੇ, ਬਾਕੀ ਤੁਸੀਂ ਇਸ ਗੱਲ ਦਾ ਬਿਲਕੁਲ ਵੀ ਕੋਈ ਵਿਚਾਰ ਨਹੀਂ ਕਰੋਗੇ ਕਿ ਮੈਂ ਕੁੜੀ ਹਾਂ ਜਾਂ ਮੁੰਡਾ। ਇਹ ਗੱਲ ਮਤਲਬ ਕਿ ਉਹਦੇ ਮਨ 'ਚ ਇੱਕ ਸੀਗਾ ਨਾ, ਗੁੱਸਾ ਤੇ ਸੀਗਾ ਹੀ। ਐਡਵਰਟੀਜ਼ਮੈਂਟ ਵਿੱਚ ਉਹਨੇ ਪੜ੍ਹ ਚੁੱਕੀ ਸੀਗੀ ਕਿ ਉਹਨਾਂ ਨੇ ਲਿਖਿਆ ਕਿ ਲੇਡੀ ਕੈਂਡੀਡੇਟਸ ਨੀਡ ਨੋਟ ਅਪਲਾਈ, ਤੇ ਉਹਨੇ ਫਿਰ ਇੱਕ ਇੰਟਰਵਿਊ ਨੂੰ ਕਹਿੰਦੇ ਵੀ ਸੁਣ ਲਿਆ ਮਲਕ ਚਾਰੇ ਕੰਨ 'ਚ ਦੂਜੇ ਨੂੰ ਪਿਆ ਉਹੀ ਕੁੜੀ ਹੈ, ਤੇ ਇਸ ਕਰਕੇ ਉਹਦਾ ਵੀ ਇੱਕ ਵਿਚਾਰ ਬਣ ਚੁੱਕਾ ਸੀ ਵੀ ਇਹਨਾਂ ਨੇ ਮੈਨੂੰ ਇੰਟਰਵਿਊ ਵਿੱਚ ਸਿਲੈਕਟ ਨਹੀਂ ਕਰਨਾ, ਤੇ ਇਸ ਕਰਕੇ ਉਹਨੇ ਇੱਦਾਂ ਬੋਲਿਆ। ਠੀਕ ਹੈ। ਸੋ ਕੁਐਸਚਨ ਨੰਬਰ 10, what type of questions was the author asked by the interview panel। ਇੰਟਰਵਿਊ ਪੈਨਲ ਦੁਆਰਾ ਆਥਰ ਨੂੰ ਕਿਹੜੇ ਸਵਾਲ ਪੁੱਛੇ ਗਏ। ਐਸੀ ਵਿੱਚ ਪਹਿਲੇ ਵੀ ਜਵਾਬ ਦਿੱਤਾ ਹੈ, ਹੁਣ ਫਿਰ ਆ ਗਿਆ। The interview panel asked the author technical questions only, ਸਿਰਫ ਤਕਨੀਕੀ ਸਵਾਲ ਪੁੱਛੇ, and the author answered all of the questions। ਕਿਉਂਕਿ ਪੜ੍ਹਾਈ 'ਚ ਹੁਸ਼ਿਆਰ ਸੀਗੀ ਤੇ ਆਥਰ ਨੇ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤੇ। ਅੱਗੇ ਚਲੀਏ। ਕੁਐਸਚਨ ਨੰਬਰ 11, when did ਸੁਧਾ first see JRD ਟਾਟਾ। ਅਰਥਾਤ
ਸੁਧਾ ਨੇ ਪਹਿਲਾਂ ਪਹਿਲ JRD ਟਾਟਾ ਨੂੰ ਕਦੋਂ ਦੇਖਿਆ? ਸੋ ਜਵਾਬ ਹੈ ਸੁਧਾ ਫਸਟ saw JRD ਟਾਟਾ when she got transferred to Bombay। ਜਦੋਂ ਉਹਦੀ ਬੰਬੇ ਟ੍ਰਾਂਸਫਰ ਹੋਈ, ਇੱਕੋ ਦਮ ਪਹਿਲੇ ਨਹੀਂ ਉਹਨੂੰ JRD ਟਾਟਾ ਨੂੰ ਦੇਖਣ ਦਾ ਮੌਕਾ ਮਿਲਿਆ। ਜਦੋਂ ਉਹਦੀ ਬੰਬੇ ਟ੍ਰਾਂਸਫਰ ਹੋਈ ਤਦੋਂ ਉਹਨੂੰ JRD ਟਾਟਾ ਦੇਖਣ ਦਾ ਮੌਕਾ ਮਿਲਿਆ। ਕਿੱਦਾਂ? One day, ਇੱਕ ਦਿਨ, while showing reports to the chairman Mr. Mulgaonkar in his office on the first floor of Bombay House, ਅਰਥਾਤ ਬੰਬੇ ਹਾਊਸ ਦੀ ਪਹਿਲੀ ਮੰਜ਼ਲ ਦੇ ਜੋ ਮਿਸਟਰ ਮੁਲਗਾਓਂਕਰ ਚੇਅਰਮੈਨ ਸੀ ਉਹਦੇ ਦਫ਼ਤਰ ਵਿੱਚ ਉਹ ਰਿਪੋਰਟਾਂ ਦਿਖਾ ਰਹੀ ਸੀਗੀ ਸੁਧਾ ਆਪਣੇ ਚੇਅਰਮੈਨ ਨੂੰ। ਠੀਕ ਹੈ। ਸਡਨਲੀ JRD ਟਾਟਾ ਐਂਟਰਡ, ਤੇ ਅਚਾਨਕ ਕੀ ਹੋਇਆ? JRD ਟਾਟਾ ਨੇ ਚੇਅਰਮੈਨ ਦੇ ਆਫਿਸ ਵਿੱਚ ਪ੍ਰਵੇਸ਼ ਕੀਤਾ। ਇਟ ਵਾਜ਼ ਵੈਨ she saw him, ਹੈ ਉਦੋਂ ਸੀ ਜਦੋਂ ਉਹਨੇ JRD ਟਾਟਾ ਦੇ ਦਰਸ਼ਨ ਕੀਤੇ। ਠੀਕ ਹੈ। ਕੁਐਸਚਨ ਨੰਬਰ 12, what did ਸੁਮੰਤ ਮੁਲਗਾਓਂਕਰ tell JRD about ਸੁਧਾ? ਅਰਥਾਤ ਸੁਮੰਤ ਮੁਲਗਾਓਂਕਰ ਨੇ JRD ਟਾਟਾ ਨੂੰ ਸੁਧਾ ਬਾਰੇ ਕੀ ਦੱਸਿਆ? ਸੁਮੰਤ ਮੁਲਗਾਓਂਕਰ told JRD ਟਾਟਾ। ਆਨਸਰ ਅੱਛਾ ਬੱਚੇ, ਇੱਥੇ ਮੈਂ A ਲਿਖਣਾ ਭੁੱਲ ਗਿਆ, ਇੱਥੇ ਲਿਖ ਲਿਓ, A ਲਿਖ ਲਿਓ, ਇੱਥੇ A ਹੈਗਾ। ठीक है। So Sumant Mulgaonkar told JRD Tata that Sudha was a young engineer and a postgraduate। एक young engineer हैगी है सीगी ਅਤੇ postgraduate भी सीगी, and she was the first woman to work on the telco shop floor। shop floor ਹੁੰਦਾ ਬੱਚਿਓ, shop floor ਨੂੰ ਕਹਿੰਦੇ ਨੇ ਜਿਹੜੀ ਕਿਤੇ ਮੈਨੂਫੈਕਚਰਿੰਗ ਯੂਨਿਟ ਹੁੰਦੀ ਹੈ ਜਿੱਥੇ ਮਤਲਬ ਕਿ ਪੀਸ ਬਣਾਏ ਜਾਂਦੇ ਨੇ, ਚੀਜ਼ਾਂ ਬਣਾਈਆਂ ਜਾਂਦੀਆਂ, ਤੇ ਉਹ ਜਿਹੜਾ ਏਰੀਆ ਹੁੰਦਾ ਜਿੱਥੇ ਚੀਜ਼ਾਂ ਬਣਦੀਆਂ ਉਹਨੂੰ ਸ਼ਾਪ ਫਲੋਰ ਕਿਹਾ ਜਾਂਦਾ। ਤੇ ਕਹਿੰਦੇ ਉਹ ਟੈਲਕੋ ਦੀ ਸ਼ਾਪ ਫਲੋਰ ਤੇ ਕੰਮ ਕਰਨ ਵਾਲੀ ਪਹਿਲੀ ਬੀਬੀ ਸੀ, ਪਹਿਲੀ ਔਰਤ ਸੀ। ਇਹ ਗੱਲ ਸੁਮੰਤ ਮੁਲਗਾਓਂਕਰ ਨੇ JRD ਟਾਟਾ ਨੂੰ ਦੱਸੀ। ਠੀਕ ਹੈ। ਅੱਗੇ ਚਲੀਏ। ਕੁਐਸਚਨ ਨੰਬਰ 13, ਹਾਊ ਮੈਨੀ ਗਰਲਸ ਆਰ ਨਾਓ ਸਟੱਡੀਇੰਗ ਇਨ ਇੰਜੀਨੀਅਰਿੰਗ ਕਾਲਜਸ? ਅਰਥਾਤ ਇੰਜੀਨੀਅਰਿੰਗ ਕਾਲਜਾਂ ਵਿੱਚ ਅੱਜ ਕੱਲ੍ਹ ਕਿੰਨੀਆਂ ਕੁੜੀਆਂ ਪੜ੍ਹ ਰਹੀਆਂ ਹਨ? ਸੋ ਜਵਾਬ ਹੈ ਕਲੋਜ਼ ਟੂ 50%, ਤਕਰੀਬਨ ਅੱਧੇ। So close to 50% of the students studying in engineering colleges are now girls। ਅਰਥਾਤ ਇੰਜੀਨੀਅਰਿੰਗ ਕਾਲਜ ਵਿੱਚ ਪੜ੍ਹਨ ਵਾਲੇ ਜਿਹੜੇ ਵਿਦਿਆਰਥੀ ਨੇ ਤਕਰੀਬਨ ਉਹਦੇ 50% ਜਿਹੜੀਆਂ ਸਟੂਡੈਂਟ ਨੇ ਉਹ ਕੁੜੀਆਂ ਹਨ। ਕਿੰਨੀ ਵਧੀਆ ਗੱਲ ਹੈ, ਕਿੰਨੀ ਵਧੀਆ ਗੱਲ ਹੈ ਨਾ। ਸੋ ਸੁਧਾ ਮੂਰਤੀ ਕਿਤੇ ਨਾ ਕਿਤੇ ਕਿਸੇ ਨੇ ਹਿੰਮਤ ਕੀਤੀ ਤੇ ਅੱਜ ਕਿੰਨੀਆਂ ਕੁੜੀਆਂ ਜਿਹੜੀਆਂ ਨੇ ਉਹ ਕਈ ਫੈਕਟਰੀਆਂ ਵਿੱਚ ਕੰਮ ਕਰਦੀਆਂ ਪਈਆਂ ਨੇ। ਠੀਕ ਹੈ। ਸੋ ਕੁਐਸਚਨ ਨੰਬਰ 14, what would the author want from life if time stops? ਕਹਿੰਦੇ ਜੇ ਕਿਤੇ ਸਮਾਂ ਰੁਕ ਜਾਏ ਤੇ ਆਥਰ ਜਿਹੜਾ ਹੈ, ਜੋ ਆਥਰ ਹੈਗੀ ਸੁਧਾ ਹੈਗੀ ਹੈ, ਉਹ ਜ਼ਿੰਦਗੀ ਤੋਂ ਕੀ ਚਾਹੇਗੀ, ਉਹ ਕੀ ਮੰਗਦੀ ਹੈ? ਸੋ ਕਿਉਂਕਿ ਉਹ JRD ਟਾਟਾ ਦੀ ਬਹੁਤ ਧੰਨਵਾਦੀ ਹੈ, ਉਹਨੇ ਉਹਦੀ ਇਸ ਚਿੱਠੀ ਦੀ ਕਦਰ ਪਾਈ ਤੇ ਉਹਨਾਂ ਨੂੰ ਨੌਕਰੀ ਦਿੱਤੀ, ਹੈ ਨਾ। ਸੋ ਕਹਿੰਦੇ if time stops the author wishes that JRD ਟਾਟਾ were alive today। ਕਹਿੰਦੇ ਅਗਰ ਟਾਈਮ ਰੁਕਦਾ ਹੈ ਤੇ ਆਥਰ ਜਿਹੜਾ ਹੈ ਉਹ ਇਹ ਵਿਸ਼ ਕਰਦੀ ਹੈ, ਆਥਰ ਇਹ ਵਿਸ਼ ਕਰਦੀ ਹੈ, ਇਹ ਇੱਛਾ ਕਰਦੀ ਹੈ ਕਿ ਕਾਸ਼ JRD ਟਾਟਾ ਅੱਜ ਜੀਂਦੇ ਹੁੰਦੇ ਤੇ ਕੀ ਦੇਖਣ ਲਈ? ਟੂ ਸੀ ਦੀ ਗਰੋਥ ਐਂਡ ਪ੍ਰੋਗਰੈਸ ਆਫ ਦਾ ਕੰਪਨੀ ਹੀ ਸਟਾਰਟਡ। ਉਸ ਕੰਪਨੀ ਦਾ ਵਿਕਾਸ ਅਤੇ ਤਰੱਕੀ ਦੇਖਦੇ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ ਸੀ। ਹੀ ਵੁੱਡ ਐਂਜੋਏ ਇਟ ਥੋਰੋਲੀ ਐਂਡ ਇਮੈਂਸਲੀ। ਉਹ ਇਸ ਕੰਪਨੀ ਦੇ ਵਿਕਾਸ ਅਤੇ ਤਰੱਕੀ ਨੂੰ ਦੇਖ ਕੇ ਪੂਰੀ ਤਰ੍ਹਾਂ ਅਤੇ ਬਹੁਤ ਵੱਡੀ ਪੱਧਰ ਤੇ ਉਹਨਾਂ ਨੂੰ ਇਸ ਗੱਲ ਦਾ ਆਨੰਦ ਮਾਣਨਾ ਸੀ ਜੇ ਉਹ ਜੀਦੇ ਹੁੰਦੇ। ਸੋ ਸੁਧਾ ਮੂਰਤੀ ਦਾ ਇੱਕ ਬੜੀ ਵੱਡੀ ਟ੍ਰਿਬਿਊਟ ਹੈ, ਇਹ ਸ਼ਰਧਾਂਜਲੀ ਹੈ JRD ਟਾਟਾ ਨੂੰ। ਉਹ ਕਹਿੰਦੀ ਜੇ ਜ਼ਿੰਦਗੀ 'ਚ ਮੈਨੂੰ ਕੁਛ ਅਗਰ ਮੈਨੂੰ ਦੇ ਸਕਦੀ ਜ਼ਿੰਦਗੀ ਤੇ ਮੈਂ ਇਹ ਮੰਗ ਕਰਦੀ ਕਿ ਕਾਸ਼ JRD ਟਾਟਾ ਜਿੰਦਾ ਹੁੰਦੇ ਤੇ ਉਹ ਦੇਖਦੇ ਕਿ ਉਹ ਜਿਹੜੀ ਕੰਪਨੀ ਉਹਨੇ ਸ਼ੁਰੂ ਕੀਤੀ ਸੀਗੀ ਉਹ ਕਿੱਥੋਂ ਦੀ ਕਿੱਥੇ ਪਹੁੰਚ ਗਈ ਹੈ, ਤੇ ਉਹ ਸਭ ਦੇਖ ਕੇ ਪੂਰਨ ਤੌਰ ਤੇ ਬੜੇ ਡੂੰਘੇ ਤੌਰ ਤੇ ਉਹਨਾਂ ਨੇ ਖੁਸ਼ ਹੋਣਾ ਸੀ। ਹੋਲ ਹਾਰਟਿਡਲੀ, ਤੁਹਾਡੀ ਕਿਤਾਬ 'ਚ ਸ਼ਬਦ ਯੂਜ਼ ਕੀਤਾ ਹੈ ਹੋਲ ਹਾਰਟਿਡਲੀ, ਦਿਲੋਂ ਖੁਸ਼ ਹੁੰਦੇ। ਸੋ ਮੈਂ ਨਵੇਂ ਸ਼ਬਦ ਤੁਹਾਡੇ ਗਿਆਨ 'ਚ ਵਾਧਾ ਕਰਨ ਲਈ ਪਾ ਦਿੱਤੇ। ਮੈਂ ਥੋਰੋਲੀ ਕਹਿ ਦਿੱਤਾ ਹੈ ਐਂਡ ਇਮੈਂਸਲੀ ਕਹਿ ਦਿੱਤਾ ਹੈ। ਸੋ ਸਾਨੂੰ ਨਵੇਂ ਸ਼ਬਦ ਦੀ ਵਰਤਣ ਦੀ ਆਦਤ ਜਿਹੜੀ ਹੈ ਪਾਣੀ ਚਾਹੀਦੀ ਹੈ ਤਾਂ ਕਿ ਸਾਡਾ ਸ਼ਬਦਾਂ ਦਾ ਭੰਡਾਰ ਵੱਧਦਾ ਰਹੇ। ਸੋ ਐਸੀ ਪਿਆਰੇ ਵਿਦਿਆਰਥੀਓ, ਤੁਹਾਡੇ ਇਸ ਲੈਸਨ ਦੇ ਕੁਐਸਚਨਸ ਆਨਸਰਸ ਪਾਰਟ A ਅਰਥਾਤ ਸ਼ਾਰਟ ਆਨਸਰ ਟਾਈਪ ਕੁਐਸਚਨਸ। ਸੋ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ, ਮਿਹਨਤ ਦੇ ਨਾਲ ਆਪਣੀ ਪੜ੍ਹਾਈ ਅਨੁਸ਼ਾਸਨ ਨਾਲ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।